ਸਤਿ ਸ਼੍ਰੀ ਅਕਾਲ। ਲੋਕਰਾਣਾ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਵੈਲਕਮ। ਧੰਨਵਾਦ ਜੀ, ਤੁਸੀਂ ਸਰੋਤਿਆਂ ਦੇ ਰੂਬਰੂ ਕਰਾਇਆ, ਮਿਹਰਬਾਨੀ ਤੁਹਾਡੀ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਦੋਸਤੋ, ਧਾਲੀਵਾਲ ਸਾਹਿਬ ਨਾਲ ਅਸੀਂ ਦੋ ਅਹਿਮ ਵਿਸ਼ਿਆਂ ਤੇ ਗੱਲਬਾਤ ਕਰਾਂਗੇ। ਇੱਕ ਤਾਂ ਲੋਕਾਂ ਦੇ ਨਾਲ ਜੁੜਿਆ ਹੋਇਆ, ਲੋਕਾਂ ਦੇ ਇਨਸਾਫ ਦੇ ਨਾਲ ਜੁੜਿਆ ਹੋਇਆ ਜੋ ਲਖੀਮਪੁਰ ਘਟਨਾ ਸੀ। ਹੁਣ ਸੁਣਵਾਈ ਹੋਣੀ ਸੀ ਜ਼ਮਾਨਤ ਅਰਜੀ ਤੇ। ਕਹਿੰਦੇ ਜੋ ਜੱਜ ਸਾਹਿਬਾਨ ਸੀ ਉਹਨਾਂ ਨੇ ਆਪਣੇ ਆਪ ਨੂੰ ਲਾਂਭੇ ਕਰ ਲਿਆ ਗਿਆ। ਜੋ ਕਾਰਨ ਸੀ, ਕੋਈ ਕਾਰਨ ਅਜੇ ਬਾਹਰ ਨਿਕਲ ਕੇ ਨਹੀਂ ਆ ਸਕਿਆ। ਬਾਕੀ ਲੋਕ ਮਤ ਦੀ ਆਪਣੀ ਰਾਏ ਹੈ ਕਿ ਕਾਰਨ ਕੀ ਹੋਊਗਾ। ਕਾਰਨ ਤਾਂ ਦਬਾਅ ਦਾ ਹੀ ਹੋਊਗਾ। ਸੱਤਾ ਦੇ ਵਿੱਚ ਭਾਜਪਾ, ਉੱਤਰ ਪ੍ਰਦੇਸ਼ ਦੇ ਵਿੱਚ ਵੀ ਤੇ ਸੈਂਟਰ ਦੇ ਵਿੱਚ ਹੁਕਮਰਾਨ ਪਾਰਟੀ ਭਾਜਪਾ, ਕਹਿੰਦੇ ਆਹੀ ਕਾਰਨ ਹੋਊਗਾ। ਦੂਜੇ ਪਾਸੇ ਕਹਿੰਦੇ ਕਿ ਭਾਜਪਾਈਆਂ ਦਾ ਵਾਲੀ ਛੇਤੀ ਚਾਅ ਉਤਰ ਗਿਆ ਢੀਂਡਸਾ ਪਰਿਵਾਰ ਤੋਂ, ਕੈਪਟਨ ਅਮਰਿੰਦਰ ਸਿੰਘ ਤੋਂ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਖੁਸ਼ ਹੈ। ਉਹ ਕਹਿੰਦੇ ਕਿ ਸਾਡੇ ਬਰਾਬਰ ਰੱਖ ਕੇ ਨਾਪ ਤੋਲਦੇ ਸੀ ਕੈਪਟਨ ਅਮਰਿੰਦਰ ਸਿੰਘ ਤੇ ਢੀਂਡਸਾ ਪਰਿਵਾਰ ਨੂੰ। ਅੱਜ ਕਹਿੰਦੇ ਭਾਜਪਾਈਆਂ ਨੂੰ ਵੀ ਇਹ ਗੱਲ ਪਤਾ ਲੱਗ ਗਈ ਕਿ ਸ਼੍ਰੋਮਣੀ ਅਕਾਲੀ ਦਲ ਤਾਂ ਸ਼੍ਰੋਮਣੀ ਅਕਾਲੀ ਦਲ ਹੈ। ਹੁਣ ਇਸ ਸਭ ਕਾਸੇ ਦੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਆਖਰ ਸਟੈਂਡ ਕਿੱਥੇ ਕਰਦਾ? ਜਿਵੇਂ ਭਾਜਪਾ ਤੋਂ ਹੋ ਸਕਦਾ ਕਿ ਮੈਂ ਜ਼ਿਕਰ ਕੀਤਾ ਮੋਹ ਭੰਗ ਹੋਇਆ ਉਹਨਾਂ ਦਾ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਕੀ ਪੈਂਤੜਾ ਅਪਣਾ ਸਕਦਾ? ਜਦੋਂ ਤੋਂ ਇਹ ਖਬਰ ਨਿਕਲ ਕੇ ਆਈ ਹੈ ਕਿ ਹੋ ਸਕਦਾ ਕੈਪਟਨ ਅਮਰਿੰਦਰ ਸਿੰਘ, ਢੀਂਡਸਾ ਹੋਰੀ ਅਲੱਗ ਤੌਰ 'ਤੇ ਵਿਚਰਨ ਪੰਜਾਬ ਦੇ ਵਿੱਚ, ਭਾਜਪਾ ਨਾਲ ਨਾਤਾ ਤੋੜ ਸਕਦੇ ਨੇ, ਤਾਂ ਉਦੋਂ ਇੱਕਦਮ ਸ਼੍ਰੋਮਣੀ ਅਕਾਲੀ ਦਲ ਹਰਕਤ ਦੇ ਵਿੱਚ ਆ ਗਿਆ। ਸ਼੍ਰੋਮਣੀ ਅਕਾਲੀ ਦਲ ਕਹਿੰਦੇ ਕਿ ਸਾਡਾ ਰਾਹ ਤਾਂ ਸੰਘਰਸ਼ਾਂ ਦਾ, ਅਸੀਂ ਤਾਂ ਸੰਘਰਸ਼ ਕਰਾਂਗੇ, ਹੁਣ ਵੀ ਅਸੀਂ ਸੜਕਾਂ 'ਤੇ ਆ ਕੇ ਸੰਘਰਸ਼ ਕਰਾਂਗੇ। ਧਾਲੀਵਾਲ ਸਾਹਿਬ ਅਕਾਲੀ ਪੋਲੀਟਿਕਸ ਨੂੰ ਬੜੇ ਨੇੜੇ ਤੋਂ ਜਾਣਦੇ ਨੇ, ਬੜੇ ਬਾਖੂਬੀ ਜਾਣਦੇ ਨੇ, ਉਹਦੇ 'ਤੇ ਗੱਲਬਾਤ ਕਰਾਂਗੇ। ਪਰ ਧਾਲੀਵਾਲ ਸਾਹਿਬ ਜੀ, ਇਨਸਾਫ ਤਾਂ ਕਹਿੰਦੇ ਲੋਕਾਂ ਨੂੰ ਮਿਲਦਾ ਨਹੀਂ ਹੁੰਦਾ, ਬੰਦੇ ਬਿਰਖ ਹੋ ਜਾਂਦੇ ਨੇ ਅਦਾਲਤਾਂ ਦੇ ਵਿੱਚ ਖੜੇ। ਹੁਣ ਲਖੀਮਪੁਰ ਘਟਨਾ ਆਪਣੇ ਸਾਹਮਣੇ ਵਾਪਰੀ ਸੀ ਉਹ ਘਟਨਾ, ਤੇ ਕਹਿੰਦੇ ਜੱਜ ਸਾਹਿਬਾਨ ਨੇ ਲਾਂਭੇ ਕਰ ਲਿਆ ਆਪਣੇ ਆਪ ਨੂੰ ਉਸ ਜੋ ਜ਼ਮਾਨਤ ਅਰਜੀ ਤੇ ਸੁਣਵਾਈ ਹੋਣੀ ਸੀ। ਜੀ ਦੇਖੋ, ਬਹੁਤ ਵਾਰ ਇਹ ਕਿਹਾ ਜਾਂਦਾ ਹੈ ਨਿਆਂ ਪ੍ਰਣਾਲੀ ਦੇ ਵਿੱਚ ਜੀ ਕਿ ਜਿਹੜਾ ਜ਼ਮਾਨਤ ਦਾ ਕੰਮ ਹੈ ਇੱਕ, ਤੇ ਇੱਕ ਜਿਹੜਾ ਕਈ ਵਾਰੀ ਸਟੇ ਦਾ ਕੰਮ ਹੈ, ਕਿ ਇਹ ਦੋ ਕੰਮਾਂ ਦੇ ਵਿੱਚ ਜਿਹੜੀ ਕੋਰਟ ਹੈ, ਹਾਇਰ ਕੋਰਟ, ਕਿ ਉਹਦੇ ਵਿੱਚ ਜੱਜ ਸਾਹਿਬਾਨ ਨੂੰ ਥੋੜ੍ਹੀ ਆਜ਼ਾਦੀ ਹੁੰਦੀ ਹੈ ਕਿ ਉਹ ਹਾਲਾਤਾਂ ਨੂੰ ਘੋਖਦੇ ਹੋਏ ਉਹ ਕੋਈ ਫੈਸਲਾ ਲੈ ਸਕਣ। ਜਦੋਂ ਕਿ ਜਿਹੜੀ ਪਨਿਸ਼ਮੈਂਟ ਤੈਅ ਕਰਨੀ ਹੈ ਉਹਦੇ ਵਿੱਚ ਜ਼ਿਆਦਾਤਰ ਜੋ ਰਿਕਾਰਡ 'ਤੇ ਆਉਂਦਾ ਹੈ ਉਸ ਦੇ ਮੁਤਾਬਕ ਹੀ ਜੱਜ ਸਾਹਿਬਾਨ ਨੂੰ ਚੱਲਣਾ ਪੈਂਦਾ। ਇਹ ਆਮ ਨਿਆਂ ਪ੍ਰਣਾਲੀ ਦੇ ਵਿੱਚ ਸਮਝਿਆ ਜਾਂਦਾ ਹੈ। ਮੇਰਾ ਇੱਥੇ ਕਹਿਣ ਤੋਂ ਭਾਵ ਇਹ ਹੈ ਕਿ ਜ਼ਮਾਨਤ ਦੇ ਕੇਸ 'ਚ ਮੁਕਾਬਲਤਨ ਆਜ਼ਾਦੀ ਜਿਹੜੀ ਜੱਜ ਸਾਹਿਬਾਨ ਨੂੰ ਹਰ ਇੱਕ ਚੀਜ਼ ਨੂੰ ਜੱਜ ਕਰਨ ਦੀ ਹੁੰਦੀ ਹੈ। ਇਸ ਕੇਸ ਦੇ ਵਿੱਚ ਜਿਹੜੀ ਜ਼ਮਾਨਤ ਹੋਈ, ਉਸ ਕੇਸ ਦੇ ਵਿੱਚ ਜਿਸ ਕਿਸਮ ਨਾਲ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬਾਨ ਨੇ ਇਹ ਬੇਲ ਕੀਤੀ ਔਰ ਉਹਦੇ ਵਿੱਚ ਇਹ ਲਿਖਿਆ ਜਾਂ ਉਹਦੇ ਵਿੱਚ ਇਹ ਪਾਇਆ ਕਿ FIR ਦੇ ਅਨੁਸਾਰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਹ ਇੱਕ ਐਕਸੀਡੈਂਟ ਹੋਇਆ ਤੇ ਇਹਨੂੰ ਐਕਸੀਡੈਂਟ ਨੂੰ ਮੰਨਦੇ ਹੋਏ ਜ਼ਮਾਨਤ ਦਿੱਤੀ ਜਾ ਸਕਦੀ ਹੈ। ਇਹ ਕੋਈ ਬਹੁਤ ਵੱਡਾ ਦੋਸ਼ ਨਹੀਂ ਜਿਸ ਨਾਲ ਜ਼ਮਾਨਤ ਟਾਲੀ ਜਾਵੇ, ਇੱਕ ਗੱਲ। ਦੂਸਰੀ ਇਸ ਦੇ ਵਿੱਚ ਗੱਲ ਇਹ ਹੋਈ ਕਿ ਇਹ ਸਰਕਾਰ ਨੇ ਜਾਂ ਸਰਕਾਰੀ ਪੱਖ ਨੇ ਸਟੈਂਡ ਲਿਆ ਕਿ ਜੀ ਜ਼ਮਾਨਤ ਦੇਣ ਨਾਲ ਇਸ ਤੇ ਕੇਸ ਤੇ ਕੋਈ ਅਸਰ ਨਹੀਂ ਪੈਂਦਾ। ਤੀਸਰਾ ਪੱਖ ਜਿਹੜਾ ਸੁਪਰੀਮ ਕੋਰਟ 'ਚ ਜਾ ਕੇ ਉਜਾਗਰ ਹੋਇਆ ਉਹ ਇਹ ਹੋਇਆ ਕਿ ਭਾਵੇਂ ਜੱਜ ਸਾਹਿਬਾਨ ਨੂੰ ਜਿਹੜੀ ਲਿਬਰਟੀ ਜਾਂ ਆਜ਼ਾਦੀ ਸੀਗੀ ਇਹ ਗੱਲਾਂ ਤੈਅ ਕਰਨ ਦੀ ਜਿਹੜੀਆਂ ਉਹਨਾਂ ਨੇ ਕੀਤੀਆਂ, ਪਰੰਤੂ ਸੁਪਰੀਮ ਕੋਰਟ ਨੇ ਬਹੁਤ ਹੀ ਇਤਿਹਾਸਕ ਟਿੱਪਣੀ ਦਿੰਦੇ ਹੋਏ ਇਹ ਕਿਹਾ ਕਿ ਜਦੋਂ ਇਹ ਜ਼ਮਾਨਤ ਦਿੱਤੀ ਗਈ, ਪਹਿਲੀ ਗੱਲ ਤਾਂ ਜ਼ਮਾਨਤ ਦੋਸ਼ੀ ਦੇ ਦੋਸ਼ੀ ਹੋਣ ਜਾਂ ਨਾ ਹੋਣ ਦੇ ਰਿਕਾਰਡ ਨੂੰ ਘੋਖ ਕੇ ਨਹੀਂ ਦਿੱਤੀ ਜਾਂਦੀ। ਜ਼ਮਾਨਤ ਦੇ ਸੰਬੰਧ ਵਿੱਚ ਇਸ ਤਰ੍ਹਾਂ ਹਾਲਾਤ ਜਿਹੜੇ ਨੇ ਉਹ ਘੋਖੇ ਜਾਂਦੇ ਨੇ ਕਿ ਕੀ ਇਹ ਜ਼ਮਾਨਤ ਕੇਸ ਦੇ ਜਿਹੜੇ ਸਬੂਤ ਨੇ ਉਹਨਾਂ ਦੀ ਛੇੜਛਾੜ ਜਾਂ ਉਹਨਾਂ ਨੂੰ ਮਿਟਾਉਣ ਦੇ ਪੱਖ ਤੋਂ ਕੋਈ ਰੋਲ ਤੇ ਨਹੀਂ ਪਲੇ ਕਰੇਗੀ, ਇੱਕ। ਦੂਸਰਾ, ਕੀ ਜਿਹੜਾ ਮੁਲਜ਼ਮ ਹੈ ਭੱਜ ਤੇ ਨਹੀਂ ਜਾਏਗਾ,
ਕੀ ਜਿਹੜਾ ਮੁਲਜ਼ਮ ਹੈ ਸਹਿਯੋਗ ਕਰੇਗਾ, ਕੀ ਜਿਹੜੀਆਂ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀਆਂ ਸੀ ਉਹ ਪੂਰੀਆਂ ਹੋ ਚੁੱਕੀਆਂ। ਇੱਦਾਂ ਦੇ ਹਾਲਾਤ ਇਹ ਜਾਣਨ ਦੀ ਬਜਾਏ ਕੋਰਟ ਨੇ, ਮਾਨਯੋਗ ਸੁਪਰੀਮ ਕੋਰਟ ਨੇ ਇਹ ਟਿੱਪਣੀ ਕੀਤੀ ਕਿ ਇਹ ਦੇਖਣ ਦੀ ਬਜਾਏ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬ ਨੇ ਇਹ ਦੇਖਿਆ ਕਿ ਦੋਸ਼ ਕਿੱਦਾਂ ਦੇ ਨੇ, ਜਦੋਂ ਕਿ ਇਹ ਦੋਸ਼ਾਂ ਉੱਪਰ ਜਾਣ ਦੀ ਜ਼ਰੂਰਤ ਬਣਦੀ ਨਹੀਂ ਸੀ ਜ਼ਮਾਨਤ ਦੇ ਕੇਸ ਵਿੱਚ। ਸੋ ਜਦੋਂ ਕੋਈ ਹਾਇਰ ਕੋਰਟ, ਸਪੈਸ਼ਲੀ ਸੁਪਰੀਮ ਕੋਰਟ ਇੱਦਾਂ ਦੀ ਟਿੱਪਣੀ ਕਰਦੀ ਹੈ, ਇਸ ਟਿੱਪਣੀ ਦਾ ਸੰਗਿਆਨ ਸਾਡੀ ਜਿਹੜੀ ਕਾਨੂੰਨ ਪ੍ਰਣਾਲੀ ਹੈ ਉਹਦੇ ਵਿੱਚ ਬਹੁਤ ਹੀ ਸਖਤ ਸਮਝਿਆ ਜਾਂਦਾ ਹੈ ਕਿ ਜੇਕਰ ਉਹਨਾਂ ਨੇ ਇਹ ਟਿੱਪਣੀ ਕੀਤੀ ਹੈ ਹਾਈ ਕੋਰਟ ਦੇ ਜੱਜਸ ਦੇ ਉੱਤੇ ਕਿ ਉਹਨਾਂ ਨੂੰ ਇਸ ਗੱਲ ਦਾ ਕੋਈ ਅਧਿਕਾਰ ਨਹੀਂ ਸੀ ਇਹ ਦੇਖਣ ਦਾ ਕਿ ਇਹ ਦੋਸ਼ੀ ਤੇ ਦੋਸ਼ ਕਿੱਦਾਂ ਦੇ ਨੇ, ਬਲਕਿ ਜਿਹੜਾ ਪੱਖ ਆਪਾਂ ਕਹਿੰਦੇ ਜ਼ਮਾਨਤ ਦੇ ਸੰਬੰਧ ਵਿੱਚ ਜਿਹੜਾ ਘੋਖਿਆ ਜਾਣਾ ਸੀ ਉਹ ਘੋਖਣਾ ਬਣਦਾ ਸੀ। ਇਸ ਗੱਲ ਤੇ ਸੁਪਰੀਮ ਕੋਰਟ ਨੇ ਜਦੋਂ ਉਹ ਜ਼ਮਾਨਤ ਰੱਦ ਕਰ ਦਿੱਤੀ, ਪਰੰਤੂ ਨਾਲ ਹੀ ਇੱਕ ਹੋਰ ਜਿਹੜਾ ਰਾਈਡਰ ਲਾ ਦਿੱਤਾ ਕਿ ਇਸ ਜ਼ਮਾਨਤ ਤੇ ਸੁਪਰੀਮ ਕੋਰਟ ਨੂੰ ਹੈਰਾਨੀ ਹੋਈ ਕਿ ਜਿਹੜਾ ਸ਼ਿਕਾਇਤਕਰਤਾ ਦਾ ਪੱਖ ਹੈ, ਅਗਰੀਬਡ ਪਾਰਟੀ ਜਿਹੜੀ ਦੁਖੀ ਪਾਰਟੀ ਹੈ ਜਿਹਦੇ ਨਾਲ ਘਟਨਾ ਵਾਪਰੀ ਹੈ, ਉਹਨਾਂ ਦਾ ਪੱਖ ਹੀ ਨਹੀਂ ਸੁਣਿਆ ਗਿਆ, ਸਿਰਫ ਇੱਕ ਪੱਖ ਸੁਣਿਆ। ਜਦੋਂ ਕਿ ਕਾਨੂੰਨ ਦੇ ਵਿੱਚ ਇਹ ਹੈ ਕਿ ਪਾਰਟੀ ਨੂੰ ਘੱਟੋ ਘੱਟ ਆਪਣੀ ਗੱਲ ਕਹਿਣ ਦਾ ਹੱਕ ਹੈ ਤੇ ਆਪਣੀ ਗੱਲ ਸਤਿਕਾਰਯੋਗ ਕੋਰਟ ਕੋਲ ਦੱਸਣ ਦਾ ਹੱਕ ਹੈ। ਉਹ ਜਿਹੜਾ ਉਹਨਾਂ ਨੂੰ ਹੱਕ ਤੋਂ ਵਾਂਝਿਆ ਰੱਖਿਆ ਗਿਆ, ਉਸ ਦੀ ਸੁਪਰੀਮ ਕੋਰਟ ਨੇ ਬਹੁਤ ਸਖਤ ਟਿੱਪਣੀ ਲਈ ਅਤੇ ਉਹ ਸਖਤ ਟਿੱਪਣੀ ਦੇ ਵਰਤਾਰੇ ਵਜੋਂ ਜ਼ਮਾਨਤ ਕੈਂਸਲ ਕੀਤੀ ਗਈ ਤੇ ਨਾਲ ਹੀ ਇਹ ਫਿਰ ਦੁਬਾਰਾ ਰਿਵਰਟ ਕੀਤਾ ਗਿਆ, ਕੇਸ ਥੱਲੇ ਨੂੰ ਭੇਜਿਆ ਗਿਆ ਕਿ ਹਾਈ ਕੋਰਟ ਉਹਨਾਂ ਦਾ ਪੱਖ ਸੁਣ ਕੇ ਫਿਰ ਨਿਰਣਾ ਲਵੇ ਕਿ ਇਹ ਜ਼ਮਾਨਤ ਦਿੱਤੀ ਜਾ ਸਕਦੀ ਹੈ ਜਾਂ ਨਹੀਂ। ਸਾਡੀ ਨਿਆਂ ਪ੍ਰਣਾਲੀ ਦੇ ਵਿੱਚ ਇਹ ਸਮਝਿਆ ਜਾਂਦਾ ਹੈ ਕਿ ਜਦੋਂ ਉੱਪਰਲੀ ਕੋਰਟ ਦਾ, ਹਾਈ ਕੋਰਟ ਦਾ ਹੇਠਲੀਆਂ ਸੈਸ਼ਨ ਕੋਰਟ ਲਈ ਜਾਂ ਸੁਪਰੀਮ ਕੋਰਟ ਦਾ ਹਾਈ ਕੋਰਟ ਲਈ ਇੱਦਾਂ ਦਾ ਕੋਈ ਟਿੱਪਣੀ ਜਾਂ ਨਿਰਣਾ ਆ ਜਾਂਦਾ ਹੈ ਤਾਂ ਉਸ ਦੇ ਵਿੱਚ ਇਹ ਹਾਈ ਕੋਰਟ ਨੂੰ ਜਾਂ ਹੇਠਲੀ ਕੋਰਟ ਹੈ ਜਿਹੜੀ ਉਹਨੂੰ ਬਹੁਤ ਜ਼ਿਆਦਾ ਵਿਚਾਰ ਕਰਨਾ ਪੈਂਦਾ ਹੈ। ਹੁਣ ਇਸ ਕੇਸ ਦੇ ਵਿੱਚ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਹਾਈ ਕੋਰਟ ਦੀ ਟਿੱਪਣੀ ਤੋਂ ਬਾਅਦ ਆਮ ਵਿਅਕਤੀ ਇਹ ਸਮਝਦਾ ਹੈ ਕਿ ਜਿਹੜੇ ਜੱਜ ਨੇ ਜ਼ਮਾਨਤ ਦਿੱਤੀ ਉਹਨੇ ਨਿਆਂ ਪ੍ਰਣਾਲੀ ਦੇ ਵਿੱਚ ਤਰਕਸੰਗਤ ਨਾ ਹੋ ਕੇ, ਨਿਆਂ ਪ੍ਰਣਾਲੀ ਨੂੰ ਇੱਕ ਪਾਸੇ ਰੱਖ ਕੇ ਮੁਲਜ਼ਮ ਨੂੰ ਰਿਆਇਤ ਦਿੱਤੀ। ਜਦੋਂ ਆਪਾਂ ਕਹਾਂਗੇ ਨਾ ਮੁਲਜ਼ਮ ਨੂੰ ਰਿਆਇਤ ਦਿੱਤੀ ਤਾਂ ਇਹਦਾ ਮਤਲਬ ਇਹ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕਹਿ ਰਹੇ ਹਾਂ ਕਿ ਜੱਜ ਸਾਹਿਬ ਦੀ ਆਪਦੀ ਬਾਇਸਨੈਸ ਹੈ, ਆਪਦਾ ਝੁਕਾਅ ਹੈ ਇੱਕ ਪਾਸੇ। ਮੈਨੂੰ ਇਹ ਲੱਗ ਰਿਹਾ ਹੈ ਕਿ ਉਹ ਜੱਜ ਸਾਹਿਬ ਜਿਹੜੇ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਇਸ ਲਈ ਇਸ ਫੈਸਲੇ ਤੋਂ ਜਾਂ ਇਸ ਪ੍ਰਕਿਰਿਆ ਤੋਂ ਸਾਈਡਲਾਈਨ ਕਰ ਲਿਆ, ਵਾਂਝਾ ਕਰ ਲਿਆ, ਵੰਚਿਤ ਕਰ ਲਿਆ ਕਿ ਮੈਂ ਚੰਗਾ ਹੋਏਗਾ ਇਸ ਕੇਸ ਵਿੱਚ ਸੁਣਵਾਈ ਦੇ ਦੌਰਾਨ ਮੈਨੂੰ ਸਤਿਕਾਰਯੋਗ ਕੋਰਟ ਹੈ ਜਿਹੜੀ ਉਹ ਆਗਿਆ ਦੇਵੇ, ਮੈਂ ਪਿੱਛੇ ਹਟ ਜਾਵਾਂ ਜੀ। ਤੇ ਉਹਦੇ ਪਿੱਛੇ ਹਟਣ ਨਾਲ ਹੁਣ ਨया ਬੈਂਚ ਹੋਂਦ ਚ ਆ ਜਾਏਗਾ, ਉਹ ਨया ਬੈਂਚ ਸੁਣਵਾਈ ਕਰੇਗਾ। ਪਰੰਤੂ ਜਨਤਾ ਦੇ ਵਿੱਚ ਇਸ ਦੇ ਨਾਲ ਇੱਕ ਖਦਸ਼ਾ ਜ਼ਰੂਰ ਹੋਇਆ ਹੈ ਕਿ ਦੁਬਾਰਾ ਫਿਰ ਇਹ ਕੋਈ ਗਿਣੀ ਮਿਥੀ ਪ੍ਰਕਿਰਿਆ ਤਾਂ ਨਹੀਂ ਹੈ, ਤਾਂ ਕਿ ਦੇਖੋ ਉਸ ਜੱਜ ਸਾਹਿਬ ਤੇ ਤਾਂ ਇੱਕ ਵਾਰ ਉਂਗਲ ਤਾਂ ਉੱਠ ਗਈ ਕਿ ਉਹਨਾਂ ਨੇ ਇੱਕ ਰਿਆਇਤ ਦਿੱਤੀ ਹੈ ਦੋਸ਼ੀ ਨੂੰ, ਮਿਸ਼ਰਾ ਜੀ ਨੂੰ। ਸੋ ਇਸ ਕਰਕੇ ਉਹ ਹੁਣ ਸਾਈਡ ਤੇ ਹੋ ਗਏ। ਹੁਣ ਸਰਕਾਰ ਕਿੰਨਾ ਕੁ ਪ੍ਰਭਾਵ ਦਿਖਾਉਂਦੀ ਹੈ ਇਹ ਸਮਾਂ ਦੱਸੇਗਾ। ਪਰੰਤੂ ਇਸ ਗੱਲ ਦੇ ਵਿੱਚ ਜਦੋਂ ਆਪਾਂ ਘੋਖਦੇ ਹਾਂ ਤਾਂ ਇਹਦੇ ਵਿੱਚ ਇੱਕ ਮਹੱਤਵਪੂਰਨ ਗੱਲ ਇਹ ਆ ਰਹੀ ਹੈ ਕਿ ਆਮ ਲੋਕਾਂ ਦਾ, ਆਮ ਜਨਤਾ ਦਾ ਰਾਜਨੀਤਿਕ ਪਾਰਟੀ ਦੇ ਉੱਤੇ ਇਹ ਦਬਾਅ ਜ਼ਰੂਰ ਆ ਰਿਹਾ ਕਿ ਜੇ ਇਹ ਸਾਰਾ ਕੁਛ ਦਾ ਫਾਇਦਾ ਮੁਲਜ਼ਮ ਨੂੰ ਇਸ ਲਈ ਮਿਲ ਰਿਹਾ ਹੈ ਕਿ ਉਹ ਬਹੁਤ ਹੀ ਪ੍ਰਭਾਵਸ਼ਾਲੀ ਮੰਤਰੀ ਦਾ ਲੜਕਾ ਹੈ
ਦੁਬਾਰਾ ਫਿਰ ਮੰਤਰੀ ਦੇ ਅਸਤੀਫੇ ਦੀ ਗੱਲ ਵੱਡੀ ਬਣਾ ਕੇ ਵੱਡੀ ਪੱਧਰ ਤੇ ਦੁਬਾਰਾ ਉੱਠ ਰਹੀ ਹੈ ਔਰ ਉਹਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਸਥਿਤੀ ਹੈ, ਸਰਕਾਰ ਦੀ ਜਿਹੜੀ ਪੋਜੀਸ਼ਨ ਹੈ, ਉਹ ਕਮਜ਼ੋਰ ਹੁੰਦੀ ਦਿਖਾਈ ਦਿੰਦੀ ਹੈ। ਸੋ ਇਸ ਕਰਕੇ ਇਹ ਹੱਕ ਹੈ, ਕਾਨੂੰਨ ਮੁਤਾਬਕ ਕੋਈ ਜੱਜ ਆਪਦੇ ਆਪ ਨੂੰ ਸਾਈਡ ਲਾਈਨ ਕਰ ਸਕਦਾ ਹੈ ਔਰ ਇਸ ਕਰਕੇ ਉਹ ਜਿਹੜੇ ਜੱਜ ਇੱਕ ਹੈ ਹਾਈ ਕੋਰਟ ਦੇ ਜਿਨ੍ਹਾਂ ਕੋਲੋਂ ਕੇਸ ਦੁਬਾਰਾ ਹੋਣਾ ਸੀ ਉਹਦੇ ਨਾਲ ਉਹ ਹਟ ਗਏ ਨੇ ਪਿੱਛੇ। ਇਸ ਲਈ ਜ਼ਮਾਨਤ ਦੀ ਸੁਣਵਾਈ ਅੱਗੇ ਪੈ ਗਈ ਹੈ, ਹਾਲੇ ਉਹਦੀ ਤਰੀਕ ਵੀ ਨਿਰਧਾਰਿਤ ਨਹੀਂ ਹੋਈ, ਪਰੰਤੂ ਕਈ ਵਾਰ ਇਸ ਨੂੰ ਲੋਕੀ ਦੂਜੀ ਤਰ੍ਹਾਂ ਦੇਖਦੇ ਹੈ ਕਿ ਇਹ ਕਿਤੇ ਅੱਖਾਂ ਪੂੰਝਣ ਵਾਲੀ ਗੱਲ ਨਾ ਹੋ ਜਾਵੇ, ਜਦੋਂ ਕਿ ਮੈਂ ਸਮਝਦਾ ਕਿ ਇਦਾਂ ਦੀ ਗੱਲ ਨਹੀਂ ਹੋਏਗੀ, ਕਿਉਂਕਿ ਸੁਪਰੀਮ ਕੋਰਟ ਦੀ ਟਿੱਪਣੀ ਜਿਹੜੀ ਇੰਨੀ ਸਖਤ ਆਈ ਹੈ, ਇਸ ਲਈ ਹੁਣ ਉਹਦੇ ਵਿੱਚ ਜੱਜ ਕੋਈ ਵੀ ਹੋਣ ਉਹ ਜ਼ਰੂਰ ਉਸ ਟਿੱਪਣੀ ਦੇ ਧਿਆਨ ਗੋਚਰੇ ਹੀ ਫੈਸਲਾ ਜਿਹੜਾ ਉਹ ਮੈਰਿਟ ਉੱਪਰ ਲੈਣਗੇ। ਮੈਨੂੰ ਇਹ ਬਤਾਈ ਲੱਗ ਬਿਲਕੁਲ ਜੀ ਧਾਲੀਵਾਲ ਸਾਹਿਬ ਇੱਕ ਅਹਿਮ ਖਬਰ ਅੱਗੇ ਹੈ, ਕਹਿੰਦੇ ਕਿ ਢੀਂਡਸਾ ਪਰਿਵਾਰ ਤੇ ਕੈਪਟਨ ਅਮਰਿੰਦਰ ਸਿੰਘ ਜੀ ਭਾਜਪਾ ਹੁਣ ਜੋ ਮਤਲਬ ਭਾਜਪਾ ਨੂੰ ਸਵੀਕਾਰ ਸੀ, ਐਕਸੈਪਟ ਸੀ, ਕਹਿੰਦੇ ਉਹਨੂੰ ਗੱਲਾਂ ਤੇ ਖਰੇ ਨਹੀਂ ਉਤਰੇ ਹੈਗੇ ਪੰਜਾਬ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਵੀ ਖੁਸ਼ ਹੈ। ਹੁਣ ਉਸ ਤੋਂ ਬਾਅਦ ਸਭ ਕਾਸੇ ਦੇ ਵਿਚਾਲੇ ਜਿਵੇਂ ਢੀਂਡਸਾ ਤੇ ਕੈਪਟਨ ਕਹਿੰਦੇ ਨੇ ਕਿ ਅਲੱਗ ਥਲੱਗ ਹੋ ਸਕਦੇ ਨੇ, ਲਾਈਨਸ ਤੋੜ ਸਕਦੇ ਨੇ ਭਾਜਪਾ ਨਾਲ। ਇਹਦੇ ਸਭ ਕਾਸੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਗਰਾਊਂਡ ਲੈਵਲ ਤੇ ਸੰਘਰਸ਼ ਰਹੂਗਾ, ਕੀ ਉਹਨਾਂ ਦਾ ਸਟੈਪ ਰਹੂਗਾ ਅੱਗੇ, ਤੇ ਮੋਹ ਭੰਗ ਹੋਣ ਦੇ ਕੀ ਕਾਰਨ ਨੇ ਦੋ ਪਰਿਵਾਰਾਂ ਤੋਂ ਭਾਜਪਾ ਦੇ? ਦੇਖੋ ਭੰਗੂ ਸਾਹਿਬ, ਇੱਕ ਤਾਂ ਇਹ ਹੈ ਕਿ ਜਦੋਂ ਆਪਾਂ ਰਾਜਨੀਤਿਕ ਮੌਕੇ ਘੋਖਣ ਦੀ ਗੱਲ ਕਰਦੇ ਹਾਂ ਜਾਂ ਉਹਨਾਂ ਦਾ ਐਨਾਲਿਸਿਸ ਵਿਸ਼ਲੇਸ਼ਣ ਕਰਨ ਦੀ ਗੱਲ ਕਰਦੇ ਹਾਂ, ਉਦੋਂ ਉਹ ਪੂਰੇ ਹੋਣ ਜਾਂ ਨਾ ਹੋਣ, ਵਿਸ਼ਲੇਸ਼ਕ ਦੇ ਤੌਰ ਤੇ ਆਪਾਂ ਇਹ ਸਾਰਾ ਕੁਝ ਦੇਖਦੇ ਹਾਂ ਕਿ ਕੀ ਚੁਣੌਤੀਆਂ ਨੇ ਤੇ ਕਿਹੜੇ ਮੌਕੇ ਓਪਰਚੁਨਿਟੀ ਨੇ ਵੱਖ-ਵੱਖ ਪਾਰਟੀਆਂ ਕੋਲੇ। ਜੇ ਇਸ ਸਥਿਤੀ ਦੇ ਵਿੱਚ ਆਪਾਂ ਇਹਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਗੱਲ ਕਲੀਅਰ ਹੈ ਕਿ ਢੀਂਡਸਾ ਸਾਹਿਬ ਦੀ ਪਾਰਟੀ, ਸਤਿਕਾਰਯੋਗ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਸੰਯੁਕਤ ਅਕਾਲੀ ਦਲ ਅਤੇ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ, ਦੋਨਾਂ ਪਾਰਟੀਆਂ ਨੂੰ ਸੀਟਾਂ ਦੀ ਜੇ ਗਿਣਤੀ ਦੇਖੀਏ ਉਹ ਬਹੁਤ ਵੱਡੀ ਸੀ, ਜਿਸ ਮੁਤਾਬਕ ਉਹਨਾਂ ਨੂੰ ਵੋਟ ਨਹੀਂ ਮਿਲੇ। ਕੇਵਲ ਢੀਂਡਸਾ ਸਾਹਿਬ ਦਾ ਜਿਹੜਾ ਬੇਟਾ ਸੀ ਪਰਮਿੰਦਰ ਸਿੰਘ ਢੀਂਡਸਾ ਤੇ ਅਮਰਿੰਦਰ ਸਿੰਘ, ਸਿਰਫ ਇਹ 2 ਸੀਟਾਂ ਨੂੰ ਛੱਡ ਕੇ ਇਹ ਦੋਨਾਂ ਪਾਰਟੀਆਂ ਦੇ ਕਿਤੇ ਵੀ ਕੋਈ ਵਿਅਕਤੀ ਦੂਜੇ ਨੰਬਰ ਤੇ ਨਹੀਂ ਆਇਆ, ਜਦੋਂ ਕਿ ਬੀਜੇਪੀ ਦੀਆਂ ਆਪਦੀਆਂ ਸੀਟਾਂ ਦੇ ਵਿੱਚ ਉਹਨਾਂ ਦੇ 2 MLA ਜਿੱਤੇ ਤੇ ਲਗਭਗ 8-9 ਦੇ ਨੇੜੇ ਤੇੜੇ ਉਹਨਾਂ ਦੇ, ਜੇ ਆਪਾਂ ਕਹੀਏ ਕਿ ਟੋਟਲ 10 ਦੇ ਨੇੜੇ 2 ਜਿੱਤੇ, ਬਾਕੀ ਦੇ ਦੂਜੇ ਨੰਬਰ ਤੇ ਆਏ। ਇਸੇ ਤਰ੍ਹਾਂ ਹੀ ਬਾਕੀ ਦੇ ਜਿਹੜੇ ਬੀਜੇਪੀ ਦੇ ਮੈਂਬਰ ਜਿੱਤੇ ਉਹ ਰਿਸਪੈਕਟੇਬਲ ਵੋਟ ਵੀ ਲੈ ਕੇ ਗਏ ਜੀ। ਸੋ ਇਸ ਤੋਂ ਇੱਕ ਗੱਲ ਤਾਂ ਸਾਬਤ ਹੁੰਦੀ ਹੈ ਕਿ ਜਿੰਨੀਆਂ ਸੀਟਾਂ ਇਹ ਦੋਨੇ ਪਾਰਟੀਆਂ ਡਿਜ਼ਰਵ ਨਹੀਂ ਸੀ ਕਰਦੀਆਂ, ਉਸ ਤੋਂ ਵੱਧ ਸੀਟਾਂ ਇਹਨਾਂ ਨੂੰ ਦਿੱਤੀਆਂ ਗਈਆਂ। ਭਾਵੇਂ ਆਪਾਂ ਇਹ ਕਹੀਏ ਕਿ ਬੀਜੇਪੀ ਨੂੰ ਇਹਨਾਂ ਨਾਲ ਅਲਾਇੰਸ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਇਆ, ਉਹਦਾ ਕਾਰਨ ਇਹ ਵੀ ਹੋਇਆ ਕਿ ਇੱਕ ਹਨੇਰੀ ਚੱਲੀ, ਉਹ ਹਨੇਰੀ ਦੇ ਵਿੱਚ ਇੱਕ ਪਾਸੜ ਫੈਸਲਾ ਹੋਇਆ। ਪਰੰਤੂ ਜਦੋਂ ਆਪਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਜਾਂ ਕਾਂਗਰਸ ਦੀ ਗੱਲ ਕਰਦੇ ਹਾਂ, ਕਾਂਗਰਸ ਤੇ ਅਕਾਲੀ ਦਲ ਨੂੰ ਸੀਟਾਂ ਕਿੰਨੀਆਂ ਮਿਲੀਆਂ, ਜੇ ਇਸ ਗੱਲ ਨੂੰ ਆਪਾਂ ਛੱਡ ਦਈਏ ਇੱਕ ਮਿੰਟ ਲਈ, ਆਪਾਂ ਇਸ ਨੂੰ ਪਾਸੇ ਹੋ ਜਾਈਏ, ਪਰ ਇਹ ਜ਼ਰੂਰ ਹੈ ਕਿ ਉਹਨਾਂ ਦਾ ਪੋਲ ਪਰਸੈਂਟੇਜ, ਵੋਟ ਪਰਸੈਂਟੇਜ ਹੈ ਜਿਹੜੀ ਉਹ ਸਤਿਕਾਰਯੋਗ ਅੱਜ ਵੀ ਰਹੀ ਹੈ, ਦਿਖਾਈ ਦਿੱਤੀ ਹੈ। ਆਉਣ ਵਾਲੇ ਸਮੇਂ ਕੀ ਹੋਏਗਾ ਉਹ ਸਮਾਂ ਅਜੇ ਪਿਆ, ਉਹਦੇ ਵਿੱਚ ਅੱਜ ਟਿੱਪਣੀ ਮੈਨੂੰ ਲੱਗਦਾ ਕੋਈ ਬਹੁਤ ਹੀ ਮੁਨਾਸਿਬ ਨਹੀਂ ਹੈ। ਹੁਣ ਆਪਾਂ ਗੱਲ ਇਸ ਤੇ ਆਈਏ ਕਿ ਜਿਉਂ ਹੀ ਭਾਰਤੀ ਜਨਤਾ ਪਾਰਟੀ ਨੂੰ ਲੱਗਿਆ ਕਿ ਆਪਾਂ ਅਕਾਲੀ ਦਲ ਤੋਂ ਕਿਨਾਰਾ ਕਰੀਏ, ਅਕਾਲੀ ਦਲ ਤੋਂ ਕਿਨਾਰਾ ਕਰਨ ਵੇਲੇ ਅਕਾਲੀ ਦਲ ਸਿਰਫ ਉਹਨਾਂ ਨੂੰ 22 ਜਾਂ 23 ਸੀਟਾਂ ਦਿੰਦਾ ਹੁੰਦਾ ਸੀ। ਕਈ ਇਲੈਕਸ਼ਨਾਂ ਤੋਂ ਪਿੱਛੇ 85 ਤੋਂ ਬਾਅਦ, 85 'ਚ ਨਹੀਂ ਸੀ ਨਾ ਸਮਝੌਤਾ, 85 ਤੋਂ ਬਾਅਦ ਜਿਹੜੀ ਇਲੈਕਸ਼ਨ ਹੋਈ, ਜਾਂ ਇਹ ਕਹਿ ਲਓ 91-92 ਤੋਂ ਬਾਅਦ 97 'ਚ ਪਹਿਲੀ ਇਲੈਕਸ਼ਨ ਹੋਈ, ਉਸ ਤੋਂ ਬਾਅਦ ਲਗਭਗ ਇਹ 19 ਸੀਟਾਂ 'ਤੇ ਖੜੇ ਨੇ।
परंतु लग रहा सी कि भाजपा वाले किते ना किते इस बार ਵੱਧ सीटां ते तालमेल कर लैणगे। अकाली दल वो कर नहीं पाया। हुण अकाली दल की स्थिति कमज़ोर हो गई। कमज़ोर होने तो बाद जेकर अकाली दल हुण कुछ अपनी स्पीड पकड़दा है, वोटरां दे विच जाके अपनी भल है जिहड़ी अपनी चंगियाई है, अपना कुछ रुतबा है वो पैदा करता है, तो जरूर है इस गल च भाजपा कामयाब होगी कि वो सीटां 22 या 23 जिहड़ियां सीगी उस तो किते वध होणगीਆਂ जी। 35-40 के नेड़े तेड़े के जाके कोई समझौता हो सकता है। इस करके ਇਹਦੇ ਵਿੱਚ भाजपा ही जे मैं कहां कि वो ज़्यादा स्ट्रोंग हुई है। बाकी इस तो बिना जिहड़ी गल ढींडसा साहब की पार्टी ते अमरिंदर सिंह की पार्टी है, हाल की घड़ी जे अज आपां देखीए अज ये दिखाई दे रहा है कि इस धरातल ते इन्हां दोनों पार्टियां का कोई आधार नहीं है। परंतु मैं एक होर चीज़ देखदा कि हाल की घड़ी ये भी दिखाई नहीं दे रहा कि अकाली दल रिवाइव कर रहा बहुत जल्दी। ये भी दिखाई नहीं दे रहा कि पंजाब दे विच भाजपा की कोई बहुत अच्छी पोजीशन होण जा रही है। ਇਹਦਾ मतलब ਇਹ ਗੱਲ ਦੇਖਣ ਵਾਲੀ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਕਿ ਜੇਕਰ ਆਪਾਂ ਦੇਖੀਏ ਪਾਰਟੀਆਂ ਦੇ ਸਮੀਕਰਨ ਜਾਂ ਪਾਰਟੀਆਂ ਦੀਆਂ ਪੋਜੀਸ਼ਨਾਂ, ਉਹਦੇ ਵਿੱਚ ਇਹ ਹੈ ਕਿ ਆਮ ਆਦਮੀ ਪਾਰਟੀ ਤੋਂ ਬਾਅਦ ਹੋਰ ਕਿਹੜੀ ਪਾਰਟੀ ਹੋਏਗੀ ਜਿਸ ਨੂੰ ਲੋਕ ਪਹਿਲੀਆਂ ਦੋ ਪਾਰਟੀਆਂ ਵਿੱਚ ਸਮਝਦੇ ਹੋਣ, ਇਹ ਵਕਤ ਦੱਸੂਗਾ। ਲੇਕਿਨ ਜੇ ਆਪਾਂ ਇਹ ਕਹੀਏ ਕਿ ਕਾਂਗਰਸ ਤੇ ਅਕਾਲੀਆਂ ਨੂੰ ਛੱਡ ਕੇ कोई एक होर धिर भी पॉसिबिलिटी हो सकती है कि वो भी कोई नवी बदल बना के राजनीतिक बदल दे के कोई नवी पार्टी बना के स्थिति में आ जाए। जेकर कोई इस तरह की पार्टी बन जाती है जिहदे विच अमरिंदर सिंह भी हो सकता है, ढींडसा साहब भी हो सकते हैं, हो सकता है कांग्रेस दे भी कोई बागी हो जान, क्योंकि हाले कांग्रेस दे विच भी कुछ बड़ा कुछ टिका नहीं होया, उस भी लग रहा है कोई टुट भज होएगी। तो उस स्थिति दे विच हो सकता है अकाली दल विच भी वो टुट भज हो जाए। सो उस स्थिति च जाके पता लगेगा कि किहदी बारगेनिंग पावर किन्नी क बनती है, कौन किहदे नाल रलन दे योग है, कौन नहीं होएगा। बिल्कुल अज जे आपां ये कह दईए कि भारतीय जनता पार्टी एकदम अकाली दल नाल जां वाइस वर्सा अकाली दल भारतीय जनता पार्टी नाल समझौता करन जा रहे हैं, इन्हां दा बड़ी जल्दी समझौता हो जाएगा। हाँ, हो सकता है अकाली दल नूं इस गल की जरूरत जरूर हो सकती है कि श्रोमणी कमेटी ते अपना गलबा बचाउण लई जेकर उन्हां नूं केंद्र दी सरकार तो कोई मदद मिल जाए तां अकाली दल लई वो स्थिति सहाई हो सकती है, मददपूर्ण हो सकती है। परंतु हाल की घड़ी अकाली दल तो कोई बड़ा फायदा मैनू बीजेपी नू नहीं मिलता दिखाई दिंदा। हाँ, जदों 2024 दे विच पार्लीमेंट दी इलैक्शन दे नेड़े जाके मैनू ये लग रहा है कि वो कुछ हो सकता है, परंतु उहदे लई परदे दे पिछे दोने पार्टियां भूमिका दी जिहड़ी तैयारी है ਜਾਂ बन रही ने ਜਾਂ भूमिका की तैयारी कर रही ने, क्योंकि 24 ਦੇ ਵਿੱਚ भी इलैक्शनां 'ਚ कोई बहुत ज़्यादा समा नहीं रह गया। बिल्कुल 2 साल तो घट दा समा है। सो इस करके ये हो सकता है कि दोवें पार्टियां वो मौके की तलाश विच हुणे तो काम करना शुरू करन अते ओदी लाइट दे विच कि किवें सानू पार्लीमेंट 'ਚ ਵੱਧ ਤੋਂ ਵੱਧ सीटां मिल सकन, इस गल की योजनाबंदी भारतीय जनता पार्टी करे ते अकाली दल नूं भी लगे कि रूरल एरिए दे विच असीं भारतीय जनता पार्टी तो जिहड़ा एक हिंदू वोट है उहदा कोई फायदा लेके असीं पार्लीमेंट 'च कोई परफॉर्मेंस अच्छी दे सकीए। जेकर कांग्रेस बीजेपी अड्ड अड्ड अकाली दल नाल रल के टक्कर च रहिंदे ने तां हो सकदा है, मैनूं ये लग रहा है कि जिस किस्म नाल आम आदमी पार्टी की आलोचना पंजाब दे विच शुरू हुई है, उस तो मैनूं ये लग रहा है कि ये दिखाई नहीं दे रहा कि उन्हां दा ग्राफ जिस किस्म नाल उन्हां ने आम आदमी पार्टी आपने
ਦਿੱਲੀ ਦੇ ਵਿੱਚ ਬਚਾ ਲਿਆ ਹੈ ਕਿ ਉਹ ਅੱਜ ਦਿਖਾਈ ਦੇ ਨਹੀਂ ਰਿਹਾ ਕਿ ਉਸ ਕਿਸਮ ਨਾਲ ਬਚ ਪਾਏਗਾ। ਹੋ ਸਕਦਾ ਬਚ ਜਾਵੇ, ਇਹ ਵੀ ਨਹੀਂ ਮੈਂ ਕਹਿੰਦਾ ਕਿ ਬਹੁਤ ਡਾਊਨ ਆ ਗਿਆ, ਪਰ ਜਦੋਂ ਆਪਾਂ ਉਹਦੇ ਨਾਲ ਤੁਲਨਾ ਕਰਦੇ ਹਾਂ ਉੱਥੇ ਵਰਗੀ ਪੋਜੀਸ਼ਨ ਇੱਥੇ ਸ਼ਾਇਦ ਨਾ ਰਵੇ, ਕਿਉਂਕਿ ਉੱਥੇ ਆਲੋਚਨਾ ਹੈ ਜਿਹੜੀ ਉਹ ਉਹਨਾਂ ਪਾਰਟੀਆਂ ਵੱਲੋਂ ਹੋ ਰਹੀ ਹੈ ਜਿਨ੍ਹਾਂ ਦਾ ਆਧਾਰ ਘੱਟ ਹੈ। ਇੱਥੇ ਜਿਹੜੀ ਗੱਲ ਤੁਸੀਂ ਕਹੀ ਹੈ ਮੈਂ ਉਹਦੇ ਨਾਲ ਸਹਿਮਤ ਹਾਂ ਕਿ ਇੱਥੇ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਦੇ ਖਿਲਾਫ ਹੱਲਾ ਬੋਲ ਦੀ ਪੋਜੀਸ਼ਨ 'ਚ ਨੇ, ਔਰ ਪਾਰਲੀਮੈਂਟ ਦੇ ਵਿੱਚ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਪਾਰਲੀਮੈਂਟ ਦੇ ਵਿੱਚ ਇਸ ਪਾਰਟੀ ਨੂੰ ਜੇ ਕਿਸੇ ਤਰ੍ਹਾਂ ਉਹਦਾ ਚਿਹਰਾ ਦਿਖਾ ਦਿੱਤਾ ਜਾਵੇ। ਦਿੱਲੀ ਦੇ ਵਿੱਚ ਉਹ ਪਾਰਲੀਮੈਂਟ ਜਿੱਤ ਲੈਂਦੇ ਨੇ, ਉਹ ਅਸੈਂਬਲੀ ਜਿੱਤ ਲੈਂਦੇ ਨੇ, ਮੇਰਾ ਭਾਵ ਭਾਜਪਾ ਤੇ ਆਪ ਤੋਂ ਹੈ। ਪਰੰਤੂ ਮੈਨੂੰ ਲੱਗਦਾ ਕਿ ਜੇਕਰ ਆਮ ਆਦਮੀ ਪਾਰਟੀ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੇ ਵਿੱਚ ਜ਼ਿਆਦਾ ਸੀਟਾਂ ਹਾਰ ਜਾਂਦੀ ਹੈ ਤਾਂ ਉਸ ਦਾ ਪ੍ਰਭਾਵ ਦਿੱਲੀ ਵਾਂਗੂ ਨਹੀਂ ਰਹੇਗਾ। ਇੱਥੇ ਪੰਜਾਬ ਦੀ ਸਰਕਾਰ ਤੇ 5 ਸਾਲਾਂ ਬਾਅਦ ਉਹਦਾ ਪ੍ਰਭਾਵ ਦਿਖਾਈ ਦੇਵੇਗਾ। ਜੀ ਬਿਲਕੁਲ। ਉਹ ਕਿਸ ਕਿਸਮ ਨਾਲ ਮਰਜ ਹੁੰਦਾ ਸੀਨ, ਉਹ ਸਾਰਾ ਉਸ ਸੀਨ ਤੇ ਅਤੇ ਉਹ ਪਾਰਟੀਆਂ ਦੀ ਤਾਕਤ ਤੇ ਨਿਰਭਰ ਕਰੇਗਾ ਕਿ ਕਿਹੜੀ ਪਾਰਟੀ ਕਿੱਧਰ ਨੂੰ ਅਲਾਈਅੰਸ ਕਰੇਗੀ। ਇਹ ਉਸ ਸਮੇਂ ਜਾ ਕੇ ਤੈਅ ਹੋਏਗਾ। ਮੈਨੂੰ ਲੱਗਦਾ ਅੱਜ ਇਹਦੇ ਲਈ ਦੋਨਾਂ ਪਾਰਟੀਆਂ ਨੂੰ ਇਹ ਸਮਝ ਨਹੀਂ ਹੈ ਜਾਂ ਇਹ ਅੰਦਾਜ਼ਾ ਲਾਉਣਾ ਦੋਨਾਂ ਪਾਰਟੀਆਂ ਲਈ ਮੁਸ਼ਕਿਲ ਹੈ ਕਿ ਸਾਡੀ ਸਟਰੈਂਥ ਕਿੰਨੀ ਹੈ। ਜੇਕਰ ਅਸੀਂ ਸੀਟ ਸ਼ੇਅਰਿੰਗ ਦੇ ਵਿੱਚ ਸਮਝੌਤਾ ਕਰੀਏ ਤਾਂ ਕਿੰਨੀਆਂ ਸੀਟਾਂ ਅਕਾਲੀ ਦਲ ਲਏਗਾ, ਕਿੰਨੀਆਂ ਬੀਜੇਪੀ ਲਏਗੀ, ਇਹ ਤੈਅ ਕਰਨਾ ਮੇਰੀ ਸਮਝ ਮੁਤਾਬਕ ਅੱਜ ਬਹੁਤ ਮੁਸ਼ਕਿਲ ਹੈ। ਇਹਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਜੀ ਬਿਲਕੁਲ। ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬਹੁਤ ਖੂਬ ਬਿਆਨ ਕੀਤਾ ਤੁਸੀਂ ਜੀ। ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਤੋਂ ਅਸੀਂ ਦੋ ਅਹਿਮ ਵਿਸ਼ਿਆਂ ਤੇ ਗੱਲਬਾਤ ਕੀਤੀ। ਉਹਨਾਂ ਨਾਲ ਇੱਕ ਤਾਂ ਲਖੀਮਪੁਰ ਘਟਨਾ ਦੀ ਗੱਲਬਾਤ ਕੀਤੀ, ਦੂਜਾ ਸ਼੍ਰੋਮਣੀ ਅਕਾਲੀ ਦਲ ਕਿਵੇਂ ਹੁਣ ਅੱਗੇ ਵਧੂਗਾ, ਬੀਜੇਪੀ ਨਾਲ ਕਿਵੇਂ ਕੀ ਕੁਛ ਹੋ ਸਕਦਾ, 24 ਦੀਆਂ ਚੋਣਾਂ ਨੇੜੇ ਨੇ, ਸਾਰੇ ਮਸਲੇ ਤੇ ਗੱਲਬਾਤ ਕੀਤੀ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।